ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਰਕਾਰਾਂ ਸਿਗਰਟ ਅਤੇ ਸ਼ਰਾਬ ਵਰਗੇ ਨਸ਼ੇ ਦੀ ਚੀਜ਼ਾਂ ਨੂੰ ਵੇਚਣ ਦੇ ਲਈ ਕੋਈ ਨਾ ਕੋਈ ਨਿਊਨਤਮ ਉਮਰ ਨੂੰ ਤੈਅ ਕਰਦੀਆਂ ਹਨ। ਲੇਕਿਨ ਇੱਕ ਐਸਾ ਨਸ਼ਾ ਵੀ ਹੈ ਜਿਹਦੀ ਕੋਈ ਨਿਊਨਤਮ ਉਮਰ ਤੈਅ ਨਹੀਂ ਕੀਤੀ ਗਈ ਹੈ ਤੇ ਅਸੀਂ ਉਹ ਨਸ਼ਾ ਆਪਣੇ ਛੋਟੇ ਤੋਂ ਛੋਟੇ ਬੱਚਿਆਂ ਨੂੰ ਆਪ ਖੁਦ ਖਰੀਦ ਕੇ ਦੇ ਰਹੇ ਹਾਂ ਤੇ ਉਹ ਨਸ਼ਾ ਹੈ ਮੋਬਾਈਲ ਨੂੰ ਕਈ ਘੰਟੇ ਤੱਕ ਇਸਤੇਮਾਲ ਕਰਨ ਦੀ ਲੱਤ ਦਾ, ਜਿਹੜਾ ਕਿ ਸਿਗਰਟ ਅਤੇ ਸ਼ਰਾਬ ਤੋਂ ਵੀ ਖਤਰਨਾਕ ਹੈ। क्या मोबाइल ਦੀ ਵਰਤੋਂ ਵਾਕਈ ਵਿੱਚ ਕੋਈ ਨਸ਼ਾ ਹੈ ਜਾਂ ਇਹ ਸਿਰਫ ਇੱਕ ਸੰਸਾਧਨ ਹੈ ਸਾਡੀ ਜ਼ਿੰਦਗੀ ਦੀਆਂ ਹੋਰ ਚੀਜ਼ਾਂ ਵਰਗਾ? ਅੱਜ ਮੈਂ ਆਪਣੇ ਇਸ ਵੀਡੀਓ ਵਿੱਚ ਇਸੇ ਸਵਾਲ ਦੇ ਜਵਾਬ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗਾ। ਇਹ ਵੀਡੀਓ ਥੋੜਾ ਲੰਬਾ ਹੋ ਸਕਦਾ ਹੈ, ਪਰ ਜੇਕਰ ਤੁਸੀਂ ਇਸ ਨੂੰ ਅਖੀਰ ਤੱਕ ਦੇਖ ਲਵੋਗੇ ਤੇ ਤੁਹਾਨੂੰ ਇਸ ਸਵਾਲ ਦਾ ਜਵਾਬ ਲੱਭਣਾ ਸੌਖਾ ਹੋਵੇਗਾ। ਅੱਜ ਅਸੀਂ ਗੱਲ ਕਰਾਂਗੇ ਕਾਰਲ ਨਿਊਪੋਰਟ ਦੀ ਮਸ਼ਹੂਰ ਕਿਤਾਬ ਡਿਜੀਟਲ ਮਿਨੀਮਲਿਜ਼ਮ ਚੂਜ਼ਿੰਗ ਅ ਫੋਕਸ ਲਾਈਫ ਇਨ ਅ ਨੋਇਜ਼ੀ ਵਰਲਡ ਦੇ ਬਾਰੇ। ਕਾਰਲ ਨਿਊਪੋਰਟ, ਜੋ ਕਿ ਖੁਦ ਇੱਕ ਐਸੋਸੀਏਟ ਪ੍ਰੋਫੈਸਰ ਹਨ ਅਮਰੀਕਾ ਦੀ ਜਾਰਜ ਟਾਊਨ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਵਿੱਚ, ਜੋ ਕਿ ਵਾਸ਼ਿੰਗਟਨ DC ਵਿੱਚ ਹੈ। ਆਪ ਜੀ ਨੂੰ ਕੀ ਲੱਗਦਾ ਹੈ ਕਿ ਸਾਡਾ ਧਿਆਨ ਅਕਸਰ ਆਪਣੇ ਮੋਬਾਈਲ ਦੀ ਸਕਰੀਨ ਉੱਤੇ ਕਿਹਨਾਂ ਕਾਰਨਾਂ ਕਰਕੇ ਜਾਂਦਾ ਹੈ? ਕਿਆ ਸਾਨੂੰ ਆਦਤ ਲੱਗ ਗਈ ਹੈ ਜਾਂ ਲੱਤ ਲੱਗ ਗਈ ਹੈ? ਕਾਰਲ ਨਿਊਪੋਰਟ ਦਾ ਇਹ ਮੰਨਣਾ ਹੈ ਕਿ ਇਹ ਸਭ ਹੁੰਦਾ ਹੈ ਕਿਉਂਕਿ ਇਹ ਮੋਬਾਈਲ ਐਪ ਅਤੇ ਸੋਸ਼ਲ ਮੀਡੀਆ ਕੰਪਨੀਆਂ ਕਈ ਮਿਲੀਅਨ ਅਤੇ ਬਿਲੀਅਨ ਡਾਲਰ ਖਰਚਦੀਆਂ ਹਨ ਕਿ ਕਿਸ ਤਰੀਕੇ ਨਾਲ ਇਸ ਮੋਬਾਈਲ ਨੂੰ ਇੱਕ ਨਸ਼ਾ ਜਾਂ ਕਿ ਐਡਿਕਸ਼ਨ ਬਣਾਇਆ ਜਾਵੇ ਅਤੇ ਸਾਡੀ ਸੁਰਤ ਵਿੱਚ ਇਸ ਦੀ ਖਿੱਚ ਪਾਈ ਜਾਵੇ। ਇੱਕ ਵਪਾਰੀ ਦੇ ਪੱਖੋਂ, ਜੋ ਕਿ ਆਪਣੇ ਵਪਾਰ ਨੂੰ ਵਧਾਉਣ ਦੇ ਲਈ ਇਸ ਦਾ ਇਸਤੇਮਾਲ ਕਰਦਾ ਹੈ, ਅਤੇ ਇੱਕ ਨਿੱਜੀ ਇਸਤੇਮਾਲ ਵਿੱਚ ਲਿਆਉਣ ਵਾਲੇ ਇਨਸਾਨ ਦੇ ਪੱਖੋਂ ਸਾਨੂੰ ਇਹਨਾਂ ਵਿਚਾਰਾਂ ਦੀ ਗਹਿਰਾਈ ਦਾ ਪਤਾ ਹੋਣਾ ਜ਼ਰੂਰੀ ਹੈ। ਕਾਰਲ ਨਿਊਪੋਰਟ ਦਾ ਕਹਿਣਾ ਹੈ ਕਿ ਲਾਈਕ ਇਜ਼ ਦਾ ਨਿਊ ਸਮੋਕਿੰਗ। ਨਸ਼ੇ ਨੂੰ ਜੇਕਰ ਕਿਤਾਬੀ ਪਰਿਭਾਸ਼ਾ ਤੋਂ ਵੀ ਸਮਝੀਏ ਤਾਂ ਉਸ ਦਾ ਮਤਲਬ ਹੁੰਦਾ ਹੈ ਇੱਕ ਐਸੀ ਸਥਿਤੀ ਜਿਸ ਵਿੱਚ ਇੱਕ ਇਨਸਾਨ ਕਿਸੇ ਪਦਾਰਥ ਦਾ ਸੇਵਨ ਜਾਂ ਵਿਵਹਾਰ ਦਾ ਪ੍ਰਗਟਾਵਾ ਕਰਨ ਵਿੱਚ ਲਿਪਤ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਇਸ ਵਿੱਚ ਬੜੀ ਡੂੰਘੀ ਖੁਸ਼ੀ ਦਾ ਆਭਾਸ ਹੁੰਦਾ ਹੈ ਤੇ ਫਿਰ ਭਾਵੇਂ ਇਸ ਆਦਤ ਦਾ ਉਸ ਦੇ ਸਰੀਰ ਜਾਂ ਮਾਨਸਿਕਤਾ ਉੱਤੇ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਹੋਵੇ। ਐਡਮ ਐਲਟਰ, ਜੋ ਕਿ ਨਿਊਯਾਰਕ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਾਈਕੋਲੋਜੀ ਵਿੱਚ ਪੜ੍ਹਾਉਂਦੇ ਹਨ, ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਦੇ ਟੈਕਨੋਲੋਜੀ ਵਾਲੇ ਉਤਪਾਦ ਇਸੀ ਮਨਸ਼ਾ ਨਾਲ ਤਿਆਰ ਕੀਤੇ ਜਾਂਦੇ ਹਨ ਕਿ ਉਹ ਸਾਡੇ ਬਿਹੇਵੀਅਰਲ ਐਡਿਕਸ਼ਨ ਜਾਂ ਕਿ ਮਾਨਸਿਕ ਵਿਵਹਾਰ ਵਿੱਚ ਇੱਕ ਲੱਤ ਜਾਂ ਚਸਕੇ ਨੂੰ ਪੈਦਾ ਕਰ ਸਕਣ। ਆਪਣੇ ਪਿਛਲੇ ਵੀਡੀਓ ਮਿਨੀਮਲਿਜ਼ਮ ਲਿਵ ਅ ਮੀਨਿੰਗਫੁਲ ਲਾਈਫ ਵਿੱਚ ਅਸੀਂ ਇਸੇ ਮਿਨੀਮਲਿਜ਼ਮ ਦੇ ਡੂੰਘੇ ਵਿਚਾਰ ਦੀ ਸਾਂਝ ਕੀਤੀ ਸੀ। ਫੇਸਬੁੱਕ ਦੀ ਸ਼ੁਰੂਆਤ ਦੂਰ ਦੁਰਾਡੇ ਬੈਠੇ ਪਰਿਵਾਰ ਦੇ ਲੋਕਾਂ ਨਾਲ ਅਤੇ ਦੋਸਤਾਂ ਮਿੱਤਰਾਂ ਨਾਲ ਕਨੈਕਟ ਕਰਨ ਲਈ ਕੀਤੀ ਗਈ ਸੀ, ਪਰ ਇਸੇ ਚੀਜ਼ ਦੀ ਜ਼ਿਆਦਾ ਵਰਤੋਂ ਨੇ ਅਸਲੀਅਤ ਵਿੱਚ ਸਾਡੇ ਨਾਲ ਰਹਿ ਰਹੇ ਰਿਸ਼ਤੇਦਾਰਾਂ ਤੋਂ ਅਤੇ ਦੋਸਤਾਂ ਮਿੱਤਰਾਂ ਤੋਂ ਹੀ ਸਾਨੂੰ ਦੂਰ ਕਰ ਦਿੱਤਾ ਹੈ ਕਿਉਂਕਿ ਜਦੋਂ ਅਸੀਂ ਫਿਜ਼ੀਕਲ ਤੌਰ ਤੇ ਉਹਨਾਂ ਦੇ ਨਾਲ ਬੈਠੇ ਦੇ ਵੀ ਹੁੰਦੇ ਹਾਂ, ਪਰ ਅਸੀਂ ਆਪਣੇ ਵਿਚਾਰਾਂ ਵਿੱਚ ਵਰਚੁਅਲ ਵਰਲਡ ਦੀਆਂ ਯਾਦਾਂ ਜਾਂ ਧਿਆਨ ਵਿੱਚ ਹੀ ਗੁੰਮ ਹੁੰਦੇ ਹਾਂ। ਲੇਖਕ ਇਸ ਕਿਤਾਬ ਵਿੱਚ ਡਿਜੀਟਲ ਮਿਨੀਮਲਿਜ਼ਮ ਦੇ ਵਿਚਾਰਧਾਰਾ ਨੂੰ ਦਰਸਾਉਂਦਾ ਹੈ ਅਤੇ ਇਹ ਵਿਚਾਰਧਾਰਾ ਗੱਲ ਕਰਦੀ ਹੈ ਆਪਣੇ ਸਮੇਂ ਦੀ ਸੁਚਾਰੂ ਵਰਤੋਂ ਕਰਨ ਦੇ ਬਾਰੇ, ਜਿਸ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਤੇ ਧਿਆਨ ਦਿੱਤਾ ਜਾਂਦਾ ਹੈ, ਨਾ ਜ਼ਰੂਰੀ ਚੀਜ਼ਾਂ ਨੂੰ ਛੱਡਦੇ ਹੋਏ। ਸਮਾਰਟਫੋਨ ਦਾ ਸਭ ਤੋਂ ਪਹਿਲਾ ਖਾਕਾ ਤਿਆਰ ਕਰਨ ਵਾਲੇ ਸਨ ਸਟੀਵ ਜੌਬਸ, ਜਿਨ੍ਹਾਂ ਨੇ ਇੱਕ ਸਾਧਾਰਨ ਜਿਹੇ ਫੋਨ ਨਾਲ ਉਸ ਸਮੇਂ ਦੇ ਇੱਕ ਦੂਸਰੇ ਗੈਜਟ ਮਿਊਜ਼ਿਕ ਨੂੰ ਸੁਣਨ ਦੇ ਲਈ ਇਸਤੇਮਾਲ ਹੋਣ ਵਾਲੇ ਆਈਪੋਡ ਨੂੰ ਰਲਾ ਦਿੱਤਾ ਸੀ। ਪਰ ਉਸ ਤੋਂ ਬਾਅਦ ਉਹੀ ਸਮਾਰਟਫੋਨ ਇੱਕ ਇਹੋ ਜਿਹਾ ਤਾਕਤਵਰ ਗੈਜਟ ਬਣ ਗਿਆ ਹੈ ਕਿ ਹੁਣ ਉਸ ਦੀਆਂ ਸੋਸ਼ਲ ਮੀਡੀਆ ਅਤੇ ਐਪਸ ਤੋਂ ਹਰ ਵਕਤ ਆਉਣ ਵਾਲੀਆਂ ਨੋਟੀਫਿਕੇਸ਼ਨ ਇਨਸਾਨਾਂ ਨੂੰ ਇੱਕ ਮਾਨਸਿਕ ਤੌਰ ਤੇ ਐਡਿਕਟ ਜਾਂ ਨਸ਼ੇ ਵਿੱਚ ਲਿਪਤ ਰੋਗੀ ਬਣਾ ਰਹੀਆਂ ਹਨ। ਕੁਝ ਚਿਰ ਪਹਿਲਾਂ ਅਮਰੀਕਾ ਦੇ ਇੱਕ ਬਹੁਤ ਵੱਡੇ ਬਲੌਗਰ ਐਂਡਰਿਊ ਸੁਲੇਵਾਨ ਨੇ ਇੱਕ ਲੇਖ ਲਿਖਿਆ ਸੀ ਜਿਸ ਦਾ ਸ਼ੀਰਸ਼ਕ ਸੀ ਆਈ ਯੂਜ਼ਡ ਟੂ ਬੀ ਅ ਹਿਊਮਨ ਬੀਇੰਗ, ਔਰ ਇਹ ਲੇਖ ਨਿਊਯਾਰਕ ਮੈਗਜ਼ੀਨ ਵਿੱਚ ਛਪਿਆ ਜਾਂ ਪਬਲਿਸ਼ ਹੋਇਆ ਸੀ। ਉਸ ਲੇਖ ਵਿੱਚ ਉਹ ਇਹ ਕਹਿਣਾ ਚਾਹੁੰਦੇ ਸੀ ਕਿ ਸੋਸ਼ਲ ਮੀਡੀਆ ਹੋਰ ਐਪਸ ਦੇ ਆਉਣ ਤੋਂ ਪਹਿਲਾਂ ਉਹ ਇੱਕ ਇਨਸਾਨ ਹੋਇਆ ਕਰਦੇ ਸੀ, ਪਰ ਉਸ ਤੋਂ ਬਾਅਦ ਉਹ ਇੱਕ ਮਾਈਂਡਲੈਸ ਜ਼ੋਂਬੀ ਜਾਂ ਕਿ ਪੁਤਲਾ ਬਣ ਕੇ ਰਹਿ ਗਏ ਹਨ ਔਰ ਇਨਸਾਨੀ ਜੀਵਨ ਤੋਂ ਹੀ ਟੁੱਟ ਗਏ ਹਨ। ਅਤੇ ਦੂਸਰਿਆਂ ਨੂੰ ਵੀ ਉਹ ਇਹੀ ਸਲਾਹ ਦਿੰਦੇ ਹਨ ਕਿ ਜੇਕਰ ਅਸੀਂ ਆਪਣੇ ਆਪ ਨੂੰ ਸੁਧਾਰਿਆ ਨਾ ਤੇ ਅਸੀਂ ਵੀ ਇੱਕ ਦਿਨ ਟੁੱਟ ਜਾਵਾਂਗੇ। ਲੇਖਕ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੀ ਲੱਤ ਸਿਗਰਟ ਦੇ ਨਸ਼ੇ ਵਰਗੀ ਹੀ ਹੈ ਕਿਉਂਕਿ ਇਹਨਾਂ ਐਪਸ ਨੂੰ ਬਣਾਉਣ ਵਾਲੇ ਰਿਸਰਚਰਸ ਇਨਸਾਨੀ ਮਾਨਸਿਕਤਾ ਨੂੰ ਚਸਕਾ ਲਗਾਉਣ ਲਈ ਉਸੇ ਤਰ੍ਹਾਂ ਦੇ ਤਰੀਕੇ ਇਸਤੇਮਾਲ ਕਰਦੇ ਹਨ ਜਿਸ ਤਰ੍ਹਾਂ ਸਿਗਰਟ ਨੂੰ ਬਣਾਉਣ ਵਾਲੇ ਉਤਪਾਦਕ ਕਰਦੇ ਹਨ।
ਸਿਗਰਟ ਅਤੇ ਸ਼ਰਾਬ ਦਾ ਐਡਿਕਸ਼ਨ ਜਾਂ ਨਸ਼ਾ ਸਾਡੇ ਫੇਫੜਿਆਂ ਨੂੰ ਔਰ ਕਿਡਨੀ ਨੂੰ ਨਸ਼ਟ ਕਰਦਾ ਹੈ ਅਤੇ ਡਿਜੀਟਲ ਮੀਡੀਆ ਦਾ ਨਸ਼ਾ ਸਾਨੂੰ ਮਾਨਸਿਕ ਰੋਗੀ ਬਣਾ ਸਕਦਾ ਹੈ ਔਰ ਸਾਨੂੰ ਸਾਡੀ ਸੋਲ ਯਾਨੀ ਆਤਮਾ ਤੱਕ ਵਿਆਕੁਲ ਕਰ ਸਕਦਾ ਹੈ। ਹੁਣ ਅਸੀਂ ਸਵਾਲ ਕਰ ਸਕਦੇ ਹਾਂ ਕਿ ਇਹ ਟੋਬੈਕੋ ਕੰਪਨੀਆਂ ਤੇ ਧੂਏ ਦੇ ਉਤਪਾਦ ਨੂੰ ਵੇਚ ਕੇ ਪੈਸਾ ਕਮਾਉਂਦੀਆਂ ਹਨ, ਪਰ ਇਹ ਐਪਸ ਤੇ ਫ੍ਰੀ ਯਾਨੀ ਮੁਫਤ ਹੀ ਸਾਨੂੰ ਦਿੱਤੀਆਂ ਜਾਂਦੀਆਂ ਹਨ। ਪਰ ਅਸਲੀਅਤ ਵਿੱਚ ਇਹਨਾਂ ਐਪਸ ਨੂੰ ਸਾਡੀ ਸੁਰਤ ਜਾਂ ਅਟੈਂਸ਼ਨ ਨੂੰ ਗੇਨ ਕਰਨ ਲਈ ਰਿਸਰਚਰਸ ਦੁਆਰਾ ਇੰਜੀਨੀਅਰ ਕੀਤਾ ਜਾਂਦਾ ਹੈ ਤਾਂ ਕਿ ਸਾਨੂੰ ਇਹਨਾਂ ਦੀ ਲੱਤ ਲੱਗ ਸਕੇ। ਇਸ ਕਿਤਾਬ ਵਿੱਚ ਡਿਜੀਟਲ ਮਿਨੀਮਲਿਜ਼ਮ ਦੇ 3 ਪ੍ਰਿੰਸੀਪਲ ਜਾਂ ਸਿਧਾਂਤਾਂ ਨੂੰ ਦਰਸਾਇਆ ਗਿਆ ਹੈ। ਪਹਿਲਾ ਹੈ ਕਲਟਰ ਇਜ਼ ਕਾਸਟਲੀ, ਜਿਸ ਦਾ ਭਾਵ ਹੈ ਕਿ ਜੇਕਰ ਅਸੀਂ ਥੋੜ੍ਹਾ ਜਿਹਾ ਫਾਇਦਾ ਵੀ ਕਿਸੇ ਐਪ ਜਾਂ ਗੈਜਟ ਵਿੱਚ ਦੇਖਦੇ ਹਾਂ ਤੇ ਉਸ ਨੂੰ ਡਾਊਨਲੋਡ ਜਾਂ ਖਰੀਦ ਲੈਂਦੇ ਹਾਂ, ਪਰ ਉਹ ਛੋਟੇ-ਛੋਟੇ ਐਪਸ ਜਾਂ ਗੈਜਟਸ ਸਾਡੇ ਲਈ ਲਾਹੇਮੰਦ ਨਹੀਂ ਹੁੰਦੇ ਹਨ, ਬਲਕਿ ਇੱਕ ਸੈਕਿੰਡ ਕਰਕੇ ਸਾਡਾ ਕਾਫੀ ਜ਼ਿਆਦਾ ਸਮਾਂ ਖਰਾਬ ਕਰਦੇ ਹਨ। ਦੂਸਰਾ ਪ੍ਰਿੰਸੀਪਲ ਹੈ ਆਪਟੀਮਾਈਜ਼ੇਸ਼ਨ, ਮਤਲਬ ਟੈਕਨੋਲੋਜੀ ਦੀ ਚੋਣ ਕਰਦਿਆਂ ਸਾਨੂੰ ਉਸ ਤੋਂ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਸ ਦੇ ਨਾਲ ਹੀ ਉਸ ਦਾ ਸੁਚਾਰੂ ਇਸਤੇਮਾਲ ਕਰਨ ਦੇ ਲਈ ਸਕੈਡਿਊਲ ਜਾਂ ਕਿ ਸੂਚੀ ਵੀ ਬਣਾਉਣੀ ਚਾਹੀਦੀ ਹੈ ਔਰ ਇੱਕ ਸਮਾਂ ਨਿਰਧਾਰਿਤ ਕੀਤਾ ਜਾਵੇ ਜਿਸ ਵਿੱਚ ਖਬਰਾਂ ਲਈ, ਫੇਸਬੁੱਕ ਲਈ ਅਤੇ ਹੋਰ ਤਰੀਕੇ ਦੇ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਨ ਲਈ ਵਕਤ ਨੂੰ ਬੰਨ੍ਹਿਆ ਜਾਵੇ। ਅਤੇ ਤੀਸਰਾ ਪ੍ਰਿੰਸੀਪਲ ਹੈ ਇੰਟੈਂਸ਼ਨੈਲਿਟੀ, ਜਿਹੜਾ ਕਹਿੰਦਾ ਹੈ ਕਿ ਜਿਹੜੇ ਵੱਖੋ-ਵੱਖਰੇ ਟੂਲਸ ਜਾਂ ਐਪਸ ਅਸੀਂ ਡਾਊਨਲੋਡ ਕਰਦੇ ਰਹਿੰਦੇ ਹਾਂ, ਉਹਨਾਂ ਨੂੰ ਕੁਝ ਸਮਾਂ ਇਸਤੇਮਾਲ ਕਰਕੇ ਜੇ ਇਹ ਲੱਗੇ ਕਿ ਉਹ ਸਾਡੇ ਲਈ ਕਿਸੇ ਕੰਮ ਦੇ ਨਹੀਂ ਹਨ ਤੇ ਉਹਨਾਂ ਨੂੰ ਇਮੀਡੀਏਟਲੀ ਆਪਣੇ ਮੋਬਾਈਲ ਤੋਂ ਡਿਲੀਟ ਕਰ ਦਿੱਤਾ ਜਾਵੇ। ਇਸ ਦੇ ਲਈ ਹਰ ਹਫ਼ਤੇ ਜਾਂ ਹਰ ਮਹੀਨੇ ਵਿੱਚ ਕੋਈ ਇੱਕ ਨਿਰਧਾਰਿਤ ਸਮਾਂ ਤੈਅ ਕਰ ਸਕਦੇ ਹਾਂ ਜਦੋਂ ਇਸ ਤਰੀਕੇ ਦਾ ਸਫਾਈ ਵਾਲਾ ਕੰਮ ਕੀਤਾ ਜਾਵੇ। ਡਿਜੀਟਲ ਮਿਨੀਮਲਿਜ਼ਮ ਵਿਚਾਰਧਾਰਾ ਦਾ ਮੰਨਣਾ ਹੈ ਸੇਵ ਯੋਰ ਸੋਲ ਵਿਦ ਲੈਸ ਇਜ਼ ਮੋਰ। ਇਸ ਦਾ ਮਤਲਬ ਹੈ ਆਪਣੇ ਸਕਰੀਨ ਟਾਈਮ ਨੂੰ ਇਫੈਕਟਿਵਲੀ ਇਸਤੇਮਾਲ ਵਿੱਚ ਲਿਆਵੋ, ਸਿਰਫ ਉਤਨਾ ਹੀ ਇਸਤੇਮਾਲ ਵਿੱਚ ਲਿਆਵੋ ਜੋ ਤੁਹਾਡੇ ਕੰਮ-ਕਾਜ ਲਈ ਲਾਭਦਾਇਕ ਹੋਵੇ, ਕਿਉਂਕਿ ਜਿਉਂ-ਜਿਉਂ ਅਸੀਂ ਥੋੜ੍ਹੇ ਜਿਹੇ ਗੈਜਟਸ ਅਤੇ ਐਪਸ ਨੂੰ ਇਸਤੇਮਾਲ ਕਰਨ ਲੱਗ ਜਾਵਾਂਗੇ ਤੇ ਉਹੀ ਲੈਸ ਸਾਡੇ ਲਈ ਮੋਰ ਦਾ ਕੰਮ ਕਰੇਗਾ, ਕਿਉਂਕਿ ਡਿਸਟਰੈਕਸ਼ਨ ਜਾਂ ਭਟਕਣਾ ਤੋਂ ਬਚ ਜਾਵਾਂਗੇ। ਇਸੇ ਵਿਚਾਰ ਨੂੰ ਅਸੀਂ ਆਪਣੇ ਪਿਛਲੇ ਵੀਡੀਓ 80-20 ਪ੍ਰਿੰਸੀਪਲ ਵਿੱਚ ਚੰਗੀ ਤਰ੍ਹਾਂ ਵਿਚਾਰਿਆ ਸੀ, ਜਿਸ ਵਿੱਚ ਸਮਝਿਆ ਸੀ ਕਿ ਸਾਡੇ ਮੋਬਾਈਲ ਦੇ 80% ਐਪਸ ਸਾਡੇ ਲਈ ਕੁਝ ਜ਼ਿਆਦਾ ਲਾਹੇਮੰਦ ਨਹੀਂ ਹੁੰਦੇ ਹਨ ਅਤੇ 20% ਐਪਸ ਹੀ ਸਾਡੇ ਲਈ 80% ਕੰਮ ਕਰਦੇ ਹਨ ਅਤੇ ਡਿਜੀਟਲ ਮਿਨੀਮਲਿਜ਼ਮ ਵਿਚਾਰ ਕਰਦਾ ਹੈ ਉਹਨਾਂ 20% ਐਪਸ ਦੀ ਖੋਜ ਦੇ ਬਾਰੇ। ਹੁਣ ਸਵਾਲ ਇਹ ਆਉਂਦਾ ਹੈ ਕਿ ਅਸੀਂ ਮਿਨੀਮਲਿਜ਼ਮ ਨੂੰ ਆਪਣੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਪ੍ਰੈਕਟਿਸ ਵਿੱਚ ਲਿਆ ਸਕਦੇ ਹਾਂ। ਲੇਖਕ ਆਪਣੀ ਕਿਤਾਬ ਵਿੱਚ ਇੱਕ 30 ਦਿਨਾਂ ਦਾ ਪ੍ਰੋਗਰਾਮ ਵੀ ਇੰਟਰੋਡਿਊਸ ਕਰਦੇ ਹਨ, ਜਿਸ ਵਿੱਚ ਸਟੈਪ ਬਾਏ ਸਟੈਪ ਤਰੀਕੇ ਨੂੰ ਇਸਤੇਮਾਲ ਕਰਦਿਆਂ ਅਸੀਂ ਆਪਣੇ ਆਪ ਨੂੰ ਡਿਜੀਟਲ ਦੁਨੀਆ ਵਿੱਚ ਮਿਨੀਮਲਿਸਟ ਬਣਾ ਸਕਦੇ ਹਾਂ। ਲੇਖਕ ਦਾ ਕਹਿਣਾ ਹੈ ਕਿ ਇਸ ਡਿਜੀਟਲ ਦੁਨੀਆ ਦੀ ਭੀੜ ਵਿੱਚ ਆਪਣੇ ਆਪ ਨੂੰ ਲੱਭਣ ਦੇ ਲਈ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਇਕੱਲਿਆਂ ਵਕਤ ਬਿਤਾਉਣਾ ਸ਼ੁਰੂ ਕਰੀਏ। ਇਕੱਲਿਆਂ ਤੋਂ ਮਤਲਬ ਹੈ ਬਿਨਾਂ ਕਿਸੇ ਡਿਸਟਰੈਕਸ਼ਨ ਜਾਂ ਭਟਕਣਾ ਵਾਲੀ ਚੀਜ਼ਾਂ ਤੋਂ, ਤਾਂ ਕਿ ਸਾਡਾ ਦਿਮਾਗ ਆਪਣੀ ਕੁਦਰਤੀ ਤਾਕਤ ਨੂੰ ਰਿਫਰੈਸ਼ ਯਾਨੀ ਤਾਜ਼ਾ ਕਰ ਸਕੇ। ਇਕੱਲਿਆਂ ਵਕਤ ਬਿਤਾਉਣ ਤੋਂ ਭਾਵ ਹੈ ਆਪਣੀ ਸੁਰਤ ਅਤੇ ਮਨ ਵਿੱਚ ਇਕੱਲਿਆਂ ਹੋਣ ਤੋਂ, ਬਿਨਾਂ ਖਿਆਲਾਂ ਦੇ। ਇਹ ਪ੍ਰੈਕਟਿਸ ਕਿਸੇ ਵੀ ਜਗ੍ਹਾ ਕੀਤੀ ਜਾ ਸਕਦੀ ਹੈ, ਚਾਹੇ ਉਹ ਘਰ ਹੋਵੇ, ਸਵੇਰੇ ਉੱਠ ਕੇ, ਰਾਤੀ ਸੌਣ ਤੋਂ ਪਹਿਲਾਂ, ਜਾਂ ਫਿਰ ਕਿਸੇ ਵੀ ਸਾਧਾਰਨ ਕੰਮ ਨੂੰ ਕਰਦਿਆਂ। ਅਤੇ ਅੱਗੇ ਟੁਰਦਿਆਂ ਲੇਖਕ ਦੱਸਦੇ ਹਨ ਉਸ ਤੋਂ ਬਾਅਦ ਅਸੀਂ ਲਾਈਕ ਬਟਨ ਨੂੰ ਹਿੱਟ ਕਰਨਾ ਬੰਦ ਕਰ ਦਈਏ। ਤੁਸੀਂ ਇਹ ਅਕਸਰ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਵੀ ਸਾਡੇ ਕੋਲ ਸਮਾਂ ਹੁੰਦਾ ਹੈ ਅਸੀਂ ਆਪਣੇ ਆਪ ਹੀ ਸੋਸ਼ਲ ਮੀਡੀਆ ਪਲੇਟਫਾਰਮਸ ਵੱਲ ਖਿੱਚੇ ਜਾਂਦੇ ਹਾਂ, ਕਿਉਂਕਿ ਇਨਸਾਨ ਸ਼ੁਰੂਆਤ ਤੋਂ ਹੀ ਇੱਕ ਸੋਸ਼ਲ ਯਾਨੀ ਸਮਾਜਿਕ ਪ੍ਰਾਣੀ ਹੈ ਅਤੇ ਆਪਣੇ ਆਪ ਨੂੰ ਦੂਸਰਿਆਂ ਵਿੱਚ ਪਾ ਕੇ ਹੀ ਖੁਸ਼ੀ ਮਹਿਸੂਸ ਕਰਦਾ ਹੈ। ਪਰ ਅੱਜ ਕੱਲ੍ਹ ਸਾਡੇ ਲਈ ਸੋਸ਼ਲਾਈਜ਼ਿੰਗ ਦਾ ਮਤਲਬ ਹੋ ਗਿਆ ਹੈ ਸੋਸ਼ਲ ਮੀਡੀਆ ਐਪਸ ਨੂੰ ਖੋਲ੍ਹ ਕੇ ਕੁਝ ਲਾਈਕਸ ਦੇ ਬਟਨ ਨੂੰ ਦਬਾਉਣਾ। ਪਰ ਇਸੇ ਦੇ ਵਿਪਰੀਤ ਅਸੀਂ ਅਸਲੀਅਤ ਵਿੱਚ ਪਰਿਵਾਰ ਜਾਂ ਦੋਸਤਾਂ ਮਿੱਤਰਾਂ ਨਾਲ ਮਿਲਣ ਦਾ ਉਪਰਾਲਾ ਵੀ ਕਰ ਸਕਦੇ ਹਾਂ। ਔਰ ਅਸਲੀਅਤ ਤੇ ਇਹ ਹੈ ਕਿ ਇਹੋ ਜਿਹਾ ਉਪਰਾਲਾ ਕਿਸੇ ਪਿਕ ਨੂੰ ਲਾਈਕ ਬਟਨ ਦਬਾਉਣ ਨਾਲੋਂ ਕਈ ਗੁਣਾ ਜ਼ਿਆਦਾ ਕਾਰਗਰ ਹੋਵੇਗਾ। ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਲੋਕ ਅਕਸਰ ਕਹਿੰਦੇ ਹਨ ਕਿ ਅਸੀਂ ਕਨੈਕਟਡ ਹਾਂ, ਪਰ ਕਨੈਕਸ਼ਨ ਅਤੇ ਕਨਵਰਸੇਸ਼ਨ ਵਿੱਚ ਕਾਫੀ ਫਰਕ ਹੁੰਦਾ ਹੈ। ਕਨੈਕਸ਼ਨ ਵਿੱਚ ਅਸੀਂ ਹਾਏ, ਹੈਲੋ, ਲਾਈਕ, ਕਮੈਂਟ ਅਤੇ ਸ਼ੇਅਰ ਕਰਦੇ ਹਾਂ,
ਪਰ ਕਨਵਰਸੇਸ਼ਨ ਵਿੱਚ ਅਸੀਂ ਅਸਲੀਅਤ ਵਿੱਚ ਗੱਲਬਾਤ ਕਰਦੇ ਹਾਂ, ਜਿਸ ਵਿੱਚ ਸਾਡਾ ਦਿਮਾਗ ਇੱਕ ਕੰਪਲੈਕਸ ਯਾਨੀ ਜਟਿਲ ਜਿਹੇ ਪ੍ਰੋਸੈਸ ਤੋਂ ਗੁਜ਼ਰਦਾ ਹੈ, ਜਿਹਦੇ ਵਿੱਚ ਸ਼ਾਮਿਲ ਹੁੰਦਾ ਹੈ ਮੂੰਹ ਦੀਆਂ ਮਾਸਪੇਸ਼ੀਆਂ ਦਾ ਮੂਵਮੈਂਟ, ਸਾਡੇ ਆਵਾਜ਼ ਦੀ ਪਿਚ, ਸਾਡੀ ਬਾਡੀ ਲੈਂਗੁਏਜ, ਸਾਡੇ ਚਿਹਰੇ ਦੇ ਹਾਵ ਭਾਵ ਔਰ ਸਾਡੇ ਗੱਲ ਕਰਦਿਆਂ ਭਾਵਨਾਵਾਂ ਦੀ ਵਰਤੋਂ। ਇਸ ਲਈ ਸਾਨੂੰ ਅਸਲੀ ਕਨਵਰਸੇਸ਼ਨ ਵਿੱਚ ਐਂਗੇਜ ਯਾਨੀ ਰੁੱਝਣਾ ਚਾਹੀਦਾ ਹੈ। ਅਤੇ ਤੀਸਰੀ ਥਾਂ ਤੇ ਲੇਖਕ ਕਹਿੰਦਾ ਹੈ ਰੀਕਲੇਮ ਯੋਰ ਲੈਜਰ ਟਾਈਮ। ਲੇਖਕ ਦਾ ਇਹ ਮੰਨਣਾ ਹੈ ਕਿ ਮਨੋਰੰਜਨ ਜਾਂ ਕ੍ਰੀਏਟੀਵਿਟੀ ਦੇ ਵਕਤ ਨੂੰ ਬਿਤਾਉਂਦਿਆਂ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਕੁਝ ਕਲਾ ਜਾਂ ਆਰਟ ਜਾਂ ਕ੍ਰਾਫਟ ਦਾ ਪ੍ਰਗਟਾਵਾ ਕਰੀਏ, ਜਿਸ ਤਰ੍ਹਾਂ ਕਿ ਕੋਈ ਮਿਊਜ਼ੀਕਲ ਇਨਸਟਰੂਮੈਂਟ ਨੂੰ ਵਜਾ ਕੇ, ਜਿਸ ਤਰ੍ਹਾਂ ਹਾਰਮੋਨੀਅਮ, ਤਬਲਾ, ਪਿਆਨੋ, ਜਾਂ ਕੋਈ ਖੇਲ ਕੂਦ ਵਿੱਚ ਆਪਣੇ ਵਕਤ ਨੂੰ ਲਗਾ ਕੇ, ਜਿਸ ਤਰ੍ਹਾਂ ਕ੍ਰਿਕਟ, ਫੁੱਟਬਾਲ, ਤਾਂ ਕਿ ਸਾਡਾ ਮਸਤਿਸ਼ਕ ਕੁਝ ਸਿਰਜਣਾਤਮਕ ਕੰਮ ਕਰ ਸਕੇ। ਅਤੇ ਅਖੀਰ ਵਿੱਚ ਆਉਂਦਾ ਹੈ ਅਟੈਂਸ਼ਨ ਰੈਜ਼ਿਸਟੈਂਸ, ਮਤਲਬ ਆਪਣੇ ਸੁਰਤ ਜਾਂ ਕਿ ਧਿਆਨ ਨੂੰ ਆਪਣੇ ਕੰਟਰੋਲ ਵਿੱਚ ਰੱਖ ਸਕੀਏ, ਆਪਣੇ ਆਪ ਨੂੰ ਲਗਾਤਾਰ ਡਿਸਟਰੈਕਸ਼ਨ ਯਾਨੀ ਭਟਕਣਾ ਤੋਂ ਬਚਾਉਣ ਦੇ ਤਰੀਕੇ ਉੱਤੇ ਕੰਮ ਕਰੀਏ। ਇਸ ਦਾ ਤਰੀਕਾ ਉਹ ਦੱਸਦੇ ਹਨ, ਮੋਬਾਈਲ ਵਿੱਚੋਂ ਸੋਸ਼ਲ ਮੀਡੀਆ ਐਪਸ ਅਤੇ ਨਿਊਜ਼ ਐਪਸ ਨੂੰ ਡਿਲੀਟ ਕਰ ਦੇਵੋ। ਪਰ ਰੁਕੋ, ਐਪਸ ਨੂੰ ਡਿਲੀਟ ਕਰਨਾ ਹੈ, ਪ੍ਰੋਫਾਈਲ ਨੂੰ ਨਹੀਂ। ਔਰ ਇਸ ਨਿਯਮ ਅਨੁਸਾਰ ਉਹਨਾਂ ਸੋਸ਼ਲ ਮੀਡੀਆ ਸਾਈਟਸ ਨੂੰ ਆਪਣੇ ਲੈਪਟਾਪ ਦੇ ਦੁਆਰਾ ਚਲਾਓ ਤਾਂ ਕਿ ਲਗਾਤਾਰ ਭਟਕਣਾ ਤੋਂ ਬਚ ਸਕੀਏ। ਕੋਈ ਵੀ ਸਲਾਹ ਬਲੈਕ ਐਂਡ ਵਾਈਟ ਜਾਂ ਸਹੀ ਅਤੇ ਗਲਤ ਨਹੀਂ ਹੁੰਦੀ ਹੈ, ਬਲਕਿ ਅਸੀਂ ਆਪਣੇ ਹਾਲਾਤਾਂ ਅਨੁਸਾਰ ਇਹ ਤੈਅ ਕਰਨਾ ਹੈ ਕਿ ਡਿਸਟਰੈਕਸ਼ਨ ਤੋਂ ਕਿੱਦਾਂ ਬਚ ਸਕਦੇ ਹਾਂ। ਯਾਦ ਰੱਖੋ, ਅਟੈਂਸ਼ਨ ਇਕਨੋਮੀ ਇੱਕ ਨਵੇਂ ਤਰ੍ਹਾਂ ਦੀ ਆਰਥਿਕ ਵਿਵਸਥਾ ਹੈ। ਇਸ ਬਿਜ਼ਨਸ ਮਾਡਲ ਦਾ ਕੋਈ ਦੋਸ਼ ਨਹੀਂ ਹੈ, ਪਰ ਇਸ ਤੋਂ ਪੈਦਾ ਹੋਣ ਵਾਲੇ ਨਸ਼ੇ ਦਾ परिणाम बहुत गंभीर हो सकता है। गुरु नानक साहिब जी नूं सिद्धा ने सिद्ध गोष्ठ विच सवाल कीता सी, कवन गुरु किसका तू चेला? ते गुरु साहब ने जवाब दिता सी, शब्द गुरु सुरत धुन चेला। ते अज ओही सुरत ध्यान या कि साडी अटैंशन नूं बिजनेस विच कन्वर्ट करके ये कंपनीज दुनिया दियां सब तो वड्डियां कंपनीज बन चुकियां हन, जिस नूं अटैंशन इकॉनमी दे नां तो पछाणिया जांदा है। ਅਤੇ ਅਟੈਂਸ਼ਨ ਇਕਨੋਮੀ ਦੇ ਫਾਰਮੂਲੇ ਦੇ ਵਿੱਚ ਤੁਹਾਡਾ ਟਾਈਮ ਉਹਨਾਂ ਦੇ ਪੈਸੇ ਦੇ ਬਰਾਬਰ ਹੁੰਦਾ ਹੈ। ਜੋ ਜ਼ਿਆਦਾ ਸੁਰਤ ਜਾਂ ਧਿਆਨ ਜਾਂ ਅਟੈਂਸ਼ਨ ਨੂੰ ਖਿੱਚ ਸਕਦਾ ਹੈ, ਉਹੀ ਇਸ ਦੌੜ ਵਿੱਚ ਜੇਤੂ ਹੁੰਦਾ ਹੈ। ਅਸੀਂ ਆਪਣੀ ਸੁਰਤ ਨੂੰ ਸਿਰਜਣਾਤਮਕ ਪਾਸੇ ਲਗਾਈਏ ਅਤੇ ਉਸੇ ਸਮੇਂ ਨੂੰ ਆਪਣੇ ਆਪ ਨੂੰ ਸਚਿਆਰ ਬਣਾਉਣ ਲਈ, ਪਰਿਵਾਰ ਦੇ ਲਈ, ਚੰਗੀ ਸਿਹਤ ਅਤੇ ਮਨੁੱਖਤਾ ਦੀ ਭਲਾਈ ਵਿੱਚ ਲਗਾ ਸਕਦੇ ਹਾਂ। ਇਸ ਕਿਤਾਬ ਨੂੰ ਵਿਸਤਾਰ ਵਿੱਚ ਪੜ੍ਹ ਕੇ ਤੁਸੀਂ ਇਹਨਾਂ ਵਿਚਾਰਾਂ ਤੋਂ ਲਾਹਾ ਲੈ ਸਕਦੇ ਹੋ। ਖਰੀਦਣ ਲਈ ਲਿੰਕ ਨੀਚੇ ਦਿੱਤਾ ਗਿਆ ਹੈ। ਮੇਰਾ ਨਾਮ ਸਤਿੰਦਰ ਸਿੰਘ ਹੈ ਤੇ ਮੈਂ ਆਪਣੇ ਸਿੰਘ ਵਿਜ਼ਡਮ YouTube ਚੈਨਲ ਔਰ Facebook ਪੇਜ ਉੱਤੇ ਬੱਚਿਆਂ ਤੋਂ ਲੈ ਕੇ ਯੰਗਸਟਰਸ ਅਤੇ ਪ੍ਰੋਫੈਸ਼ਨਲਸ ਦੇ ਲਈ ਮੋਟੀਵੇਸ਼ਨਲ ਔਰ ਇਨਸਪੀਰੇਸ਼ਨਲ ਸੀਰੀਜ਼ ਨੂੰ ਪੰਜਾਬੀ ਭਾਸ਼ਾ ਵਿੱਚ ਬਣਾ ਕੇ ਸਾਂਝ ਕਰਦਾ ਹਾਂ। ਜੇਕਰ ਤੁਸੀਂ ਮੈਨੂੰ ਇਹਨਾਂ ਵੀਡੀਓਜ਼ ਦੇ ਲਈ ਕੋਈ ਸਲਾਹ ਦੇਣਾ ਚਾਹੁੰਦੇ ਹੋ, ਮਸ਼ਵਰਾ ਦੇਣਾ ਚਾਹੁੰਦੇ ਹੋ ਜਾਂ ਫੀਡਬੈਕ ਦੇਣਾ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ। ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਵੀਡੀਓਜ਼ ਪਸੰਦ ਆ ਰਹੇ ਹੋਣਗੇ ਅਤੇ ਅੱਗੇ ਆਉਣ ਵਾਲੀ ਸੀਰੀਜ਼ ਨੂੰ ਵੀ ਆਪ ਜੀ ਇਸੇ ਤਰੀਕੇ ਨਾਲ ਫੋਲੋ ਕਰਦੇ ਰਹੋਗੇ। ਸਤਿ ਸ਼੍ਰੀ ਅਕਾਲ ਐਂਡ ਬਾਏ।